ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚ ਸਦਾ ਹੀ ਅੰਤਰ ਵਸਿਆ ਹੋਇਆ ਹੈ, ਪਰ ਅੰਤਰ ਇਹ ਹਉਮੈ ਵੀ ਉਸੇ ਥਾਂ ਤੇ ਵਸੀ ਹੋਈ ਹੈ। ਜਿੱਥੇ ਹਉਮੈ ਹੈ ਉਸ ਦੇ ਨਾਲ ਹੀ ਨਾਮ ਹੈ। ਸਿਰਫ ਅਤੇ ਸਿਰਫ ਹੁਣ ਮਨ ਇੱਥੇ ਆ ਗਿਆ, ਜਿਸ ਕਰਕੇ ਸ਼ਬਦ ਨਾਲੋਂ ਨਾਮ ਨਾਲੋਂ ਲਿਵ ਟੁੱਟ ਗਈ ਹੈ। ਨਾਮ ਚੌਥੇ ਪਦ ਵਿੱਚ ਹੈ। ਹਉਮੈ ਦਾ ਪ੍ਰਗਟਾਵਾ ਤ੍ਰੈ ਗੁਣਾਂ ਦੇ ਵਿੱਚ ਚੱਲਦਾ ਹੈ। ਹੁਣ ਇਸ ਹਉਮੈ ਦੇ ਵਿੱਚ ਕਈ ਐਸੇ ਰਾਜੇ ਆਏ, ਉਹਨਾਂ ਨੇ ਆਪ ਦਾ ਰਾਜ ਭਾਗ ਇੱਥੇ ਸਥਾਪਿਤ ਕਰ ਲਿਆ। ਉਹਨਾਂ ਨੇ ਕੀ ਚਾਹਣਾ ਚਾਹਿਆ, ਕੀ ਕਰਨਾ ਚਾਹਿਆ ਵੀ ਸਾਰੀ ਹੀ ਜਿੰਨੀ ਵੀ ਇਹ ਧਰਤੀ ਹੈ ਇਹ ਮੇਰੇ ਅਧੀਨ ਹੋ ਜਾਏ। ਜਿੱਥੇ ਮੈਂ ਪੈਰ ਰੱਖਾਂ ਉੱਥੇ ਮੇਰਾ ਹੁਕਮ ਚੱਲੇ। ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਮਨਮੁਖ ਨੂੰ ਸਮਝਾ ਰਹੇ ਨੇ, ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਓ। ਵੀ ਜੇ ਤੇਰਾ ਇੰਨਾ ਹੀ ਹੁਕਮ ਹੋ ਗਿਆ ਹੈ, ਇੰਨਾ ਹੀ ਤੂੰ ਤੇਰਾ ਇੱਥੇ ਚੱਲਦਾ ਹੈ, ਪਰ ਫਿਰ ਵੀ ਤੈਨੂੰ ਜੇ ਪਰਮਾਤਮਾ ਇਹ ਵਿਸਰ ਗਿਆ ਤੇ ਤੇਰਾ ਆਕਾਰ ਅਗਲਾ ਜੋ ਹੈ ਤਾਂ ਭੋ ਰਾਜ ਤੋਂ ਬਾਅਦ ਤੂੰ ਆਕਾਰਾਂ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਜਿਸ ਕੇ ਅੰਤਰ ਰਾਜ ਅਭਿਮਾਨ ਸੋ ਨਰਕਪਾਤੀ ਹੋਵਤ ਸਵਾਨ। ਹੁਣ ਗੁਰਮੁਖ ਇੱਥੇ ਮਹਾਰਾਜ ਸਾਨੂੰ ਉਦਾਹਰਨ ਇੱਥੇ ਦੇ ਰਹੇ ਨੇ। ਇੱਥੇ ਇੱਕ ਐਸਾ ਰਾਜਾ ਹੋਇਆ ਜਿਸ ਦਾ ਨਾਂ ਇਤਿਹਾਸ ਦੇ ਵਿੱਚ ਦੁਰਯੋਧਨ ਦੇ ਤੌਰ ਤੇ ਆਇਆ ਹੈ। ਉਸ ਨੇ ਇੱਥੇ ਹੰਕਾਰ ਵਿੱਚ ਆ ਕੇ ਇਸ ਸੰਸਾਰ ਦੇ ਰਾਜ ਭਾਗ ਨੂੰ ਪ੍ਰਾਪਤ ਕਰਨ ਵਾਸਤੇ ਆਪ ਦੇ ਭਰਾਵਾਂ ਨਾਲ ਯੁੱਧ ਕੀਤਾ। ਇੰਨਾ ਹਉਮੈ ਵਿੱਚ ਚਲਾ ਗਿਆ, ਇੰਨਾ ਹੰਕਾਰ ਵਿੱਚ ਚਲਾ ਗਿਆ, ਮੇਰੀ ਕਰਦੇ ਕਰਦੇ ਇੰਨਾ ਪਰਮਾਤਮਾ ਨੂੰ ਭੁੱਲ ਗਿਆ ਵੀ ਇਸ ਅਵਸਥਾ ਵਿੱਚ ਆ ਗਿਆ ਵੀ ਇਹ ਜੋ ਪਰਮਾਤਮਾ ਵੱਲੋਂ ਅਕਲ ਕਲਾ ਦਾ ਇਸਤੇਮਾਲ ਪਰਮਾਤਮਾ ਨੇ ਸੱਚ ਨੂੰ ਪਛਾਣਨ ਵਾਸਤੇ ਦਿੱਤਾ ਸੀ, ਜੋਤ ਦੀ ਪਛਾਣ ਕਰਨ ਵਾਸਤੇ ਇਹ ਅਕਲ ਦਿੱਤੀ ਸੀ। ਹੁਣ ਇਸ ਅਕਲ ਦਾ ਇਸਤੇਮਾਲ ਜਦੋਂ ਇਸ ਰਾਜ ਭਾਗ ਨੂੰ ਪ੍ਰਾਪਤ ਕਰਨ ਵਾਸਤੇ ਕੀਤਾ ਹੈ ਤੇ ਭਰਾਵਾਂ ਦੇ ਨਾਲ ਯੁੱਧ ਸ਼ੁਰੂ ਹੋ ਗਿਆ। ਉਸ ਯੁੱਧ ਦੇ ਵਿੱਚ ਇਹ ਇਤਿਹਾਸ ਵਿੱਚ ਫਿਰ ਆਉਂਦਾ ਹੈ ਕਿ ਕਿਸ ਤਰ੍ਹਾਂ ਦਾ ਉਹ ਭਿਆਨਕ ਸਮਾਂ ਬਣਿਆ ਵੀ ਅੰਤ ਸਮਾਂ ਜੋ ਉਸ ਦਾ ਸੀ, ਉਹ ਸਰੀਰਾਂ ਦਾ ਵੀ ਸੰਸਕਾਰ ਨਾ ਹੋ ਸਕਿਆ। ਉਸ ਦੇ ਦੇਹਾਂ ਨੂੰ ਵੀ ਗਿਰਜਾਂ ਨੇ ਖਾਧਾ। ਇਸ ਧਰਤੀ ਤੇ ਵੀ ਉਸ ਦੇ ਸਰੀਰ ਦਾ ਜੋ ਕਿਰਿਆ ਸੀ, ਅੰਤਮ ਕਿਰਿਆ, ਉਹ ਵੀ ਅਸਥਾਨ ਨਾ ਉਸ ਨੂੰ ਮਿਲਿਆ। ਕਿੱਥੇ ਉਹ ਸਾਰਾ ਰਾਜ ਭਾਗ ਪ੍ਰਾਪਤ ਕਰਨਾ ਚਾਹੁੰਦਾ ਸੀ ਤੇ ਕਿੱਥੇ ਅੰਤ ਸਮੇਂ ਉਸ ਦੇ ਸਰੀਰ ਦੀ ਜੋ ਕਿਰਿਆ ਸੀ ਉਹ ਵੀ ਨਾ ਹੋ ਸਕੀ। ਉਸ ਨੂੰ ਫਿਰ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਸਮਝਾਇਆ, ਮੇਰੀ ਕੈਰੋਂ ਕਰਦੇ ਦੁਰਯੋਧਨ ਸੇ ਭਾਈ 12 ਜੋਜਨ ਛਤਰ ਚਲੇ ਥਾ ਦੇਹੀ ਗਿਰਜਨ ਖਾਈ। ਜੇ ਅਸੀਂ ਇਸ ਤਰੀਕੇ ਨਾਲ ਮਨਮੁਖ ਵੱਲ ਦੇਖਦੇ ਹਾਂ ਵੀ ਇਸ ਸੰਸਾਰ ਦੀ ਪ੍ਰਭੂ ਸੱਤਾ ਨੂੰ ਪ੍ਰਾਪਤ ਕਰਨ ਵਾਸਤੇ ਮਾਇਆ ਦੀ ਦੌੜ ਦੇ ਵਿੱਚ ਇੰਨਾ ਅੱਖਾਂ ਤੋਂ ਅੰਨਾ ਅਤੇ ਕੰਨਾਂ ਤੋਂ ਬੋਲਾ ਹੋ ਜਾਂਦਾ ਹੈ ਵੀ ਉਸ ਨੂੰ ਸੱਚਾ ਸ਼ਬਦ, ਉਹ ਨਾਦ, ਉਸ ਦੀ ਪਛਾਣ ਨਹੀਂ ਰਹਿੰਦੀ ਤੇ ਹੰਕਾਰ ਵਿੱਚ ਆ ਕੇ ਇੱਥੇ ਝਗੜਾ ਸ਼ੁਰੂ ਕਰਦਾ ਹੈ। ਤੇ ਝਗੜਾ ਕਰਾਉਣ ਵਾਲੇ ਉਹ ਇਹ ਅੰਦਰ ਹੀ ਬੈਠੇ ਹੁੰਦੇ ਨੇ। ਇਹ ਪੰਜ ਦੂਤ ਇਹ ਝਗੜਾ ਕਰਾਉਂਦੇ ਨੇ। ਮਨ ਝਗੜਾ ਨਹੀਂ ਕਰਦਾ, ਕਿਉਂਕਿ ਮਨ ਵਿਚਾਰਾਂ ਵਿੱਚ ਆ ਗਿਆ ਹੈ। ਵਿਚਾਰ ਉਹ ਪੰਜ ਪੈਦਾ ਕਰ ਰਹੇ ਨੇ। ਮਨ ਦੀ ਅਕਲ ਇਹ ਪੰਜਾਂ ਵਸ ਚਲੀ ਗਈ, ਮਨ ਇਹਨਾਂ ਦੇ ਵਸ ਚਲਾ ਗਿਆ, ਜਿਸ ਕਰਕੇ ਹੁਣ ਮਨ ਦੀ ਅਕਲ ਮਾਰੀ ਜਾਂਦੀ ਹੈ। ਇਹ ਅਕਲ ਉਦੋਂ ਕੰਮ ਕਰੇਗੀ ਜਦੋਂ ਇਹ ਚੌਥੇ ਪਦ ਵਿੱਚ ਜਾਏਗਾ। ਉਸ ਵਕਤ ਇਸ ਨੂੰ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ ਇਹ ਕਿਸ ਤਰ੍ਹਾਂ ਹੋਵੇਗਾ, ਕੀ ਵਿਚਾਰ ਕਰੇਗਾ। ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਇਆ, शिव की पुरी वसै बुध सार तह तुम मिलकर करो विचार ईत ऊत की सोझी परे। उथे फिर तरलोकी तो उपर दी गल करेगा, त्रै गुणा तो उपर दा भेत देगा। उथे नाम दी उस्तत करेगा, सच दी वडियाई करेगा। ਜਦੋਂ ਚੌਥੇ ਪਦ ਵਿੱਚ ਇਹੀ ਅਕਲ ਇਸਤੇਮਾਲ ਹੋਵੇਗੀ। ਪਰ ਹੁਣ ਮਨਮੁਖ ਨੇ ਇਸ ਅਕਲ ਦਾ ਇਸਤੇਮਾਲ ਤ੍ਰੈ ਗੁਣਾਂ ਦੇ ਵਿੱਚ ਕੀਤਾ
ਵਿਚਾਰਾਂ ਦੇ ਵਿੱਚ ਕੀਤਾ, ਜਿਸ ਨਾਲ ਕੀ ਹੋਇਆ ਵੀ ਦੁਰਯੋਧਨ ਜਿਹੜਾ ਹੈ ਉਹ ਆਪਦੇ ਪਰਿਵਾਰ ਸਮੇਤ ਹੀ ਇਸ ਸੰਸਾਰ ਵਿੱਚੋਂ ਆਪਦੇ ਜੀਵਨ ਦਾ ਲਾਹਾ ਨਾ ਖੱਟ ਸਕਿਆ। ਇਸੇ ਤਰ੍ਹਾਂ ਮਹਾਰਾਜ ਨੇ ਸਾਨੂੰ ਹੋਰ ਸਮਝਾਇਆ ਵੀ ਅੱਜ ਕੱਲ੍ਹ ਜਿਹੜੇ ਰਾਜੇ ਬਣੇ ਹੋਏ ਨੇ ਇਹ ਉੱਥੋਂ ਤੱਕ ਨਹੀਂ ਜਾ ਸਕਦੇ ਜਿੰਨਾ ਰਾਜ ਉਸ ਮੌਕੇ ਤੇ ਰਾਵਣ ਦਾ ਸੀ। ਇੰਨਾ ਰਾਜ ਉਸਨੇ ਕਮਾਇਆ ਵੀ ਉਸ ਦਾ ਨਾਂ ਚੱਲਦਾ ਸੀ। ਉਸਨੇ ਜਿੱਥੇ ਵੀ ਜਾਣਾ ਉਥੋਂ ਲੰਕਾ ਨੂੰ ਇੰਨਾ ਉਸਨੇ ਸੋਨੇ ਦਾ ਹੀ ਬਣਾ ਦਿੱਤਾ ਵੀ ਸੋਨਾ ਲੁੱਟ ਲੈਣਾ। ਤੇ ਉਸ ਅਵਸਥਾ ਵਿੱਚ ਚੱਲਾ ਵੀ ਸਾਰੀ ਲੰਕਾ ਹੀ ਉਸਨੇ ਸੋਨੇ ਦੀ ਕਰ ਲਈ। ਜਿੰਨਾ ਵੀ ਉਸ ਦਾ ਇਹ ਸਾਰਾ ਮਾਇਆ ਦਾ ਪਸਾਰਾ ਹੋਇਆ, ਕੁਝ ਸਮਾਂ ਹੀ ਬੀਤਿਆ, ਹਉਮੈ ਵਿੱਚ ਹੋਣ ਕਰਕੇ ਉਸਨੇ ਯੁੱਧ ਕੀਤਾ, ਝਗੜਾ ਕੀਤਾ। ਝਗੜੇ ਵਿੱਚ ਆ ਕੇ ਉਹ ਇਸ ਮਾਇਆ ਦੇ ਘਰ ਦੇ ਵਿੱਚ ਉਸ ਹਾਲਤ ਵਿੱਚ ਚਲਾ ਗਿਆ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ, ਸਰਬ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਰਕਾਈ, ਕਹਾਂ ਭਏ ਦਰ ਬੰਦੇ ਹਾਥੀ ਖਿਨ ਮਹਿ ਭਈ ਪਰਾਈ। ਵੀ ਉਹ ਹੀ ਸਾਰੀ ਲੰਕਾ ਜਿਸ ਨੂੰ ਉਸਨੇ ਬੜਾ ਦੂਸਰੇ ਦਾ ਧਨ ਇਕੱਠਾ ਕਰਕੇ ਦੂਸਰੇ ਦਾ ਹੱਕ ਮਾਰ ਕੇ ਇਕੱਠਾ ਕੀਤਾ ਸੀ, ਉਹ ਸਾਰੀ ਲੰਕਾ ਹੀ ਸਮੁੰਦਰ ਦੇ ਵਿੱਚ ਗਰਕ ਹੋ ਗਈ। ਜੋ ਪਰਮਾਣੂ ਜਾਂ ਜੋ ਵੀ ਉਸਨੇ ਐਟਮ ਬਣਾਇਆ ਉਹ ਉਸੇ ਤੇ ਹੀ ਲੱਗ ਗਿਆ, ਆਪ ਦਾ ਨੁਕਸਾਨ ਕਰਾ ਬੈਠਿਆ। ਇਸੇ ਕਰਕੇ ਹਾਲਾਂਕਿ ਅੱਜ ਦੇ ਰਾਜੇ ਜਾਂ ਅੱਜ ਦੀ ਜਿਨ੍ਹਾਂ ਕੋਲ ਸ਼ਕਤੀ ਹੈ ਉਹ ਹੁਣ ਵੀ ਉਸ ਦੇ ਬਰਾਬਰ ਅਜੇ ਨਹੀਂ ਪਹੁੰਚੇ, ਕਿਉਂਕਿ ਉਹ ਇੱਕ ਤਾਂ ਵਿਦਵਾਨ ਸੀ, ਦੂਸਰਾ ਉਹ ਵਿਗਿਆਨੀ ਵੀ ਸੀ। ਉਸਨੇ ਆਪ ਦੇ ਸਮਿਆਂ ਦੇ ਵਿੱਚ ਨਾ ਇੱਥੇ ਅੱਜ ਤਾਂ ਤੁਸੀਂ ਦੇਖਦੇ ਹੀ ਹੋ ਵੀ ਵਿਦਵਾਨ ਵੀ ਵਿਦਵਤਾ ਵੀ ਕੋਈ ਨਹੀਂ ਤੇ ਵਿਗਿਆਨੀ ਵੀ ਕੋਈ ਨਹੀਂ, ਫਿਰ ਵੀ ਰਾਜ ਭਾਗ ਕਰ ਰਹੇ ਨੇ, ਕਿਉਂਕਿ ਅੱਜ ਦਾ ਜੋ ਸਮਾਂ ਹੈ ਉਹ ਬੜਾ ਕਾਫੀ ਉਸ ਨਾਲੋਂ ਅੱਗੇ ਚਲਾ ਗਿਆ। ਮਨਮੁਖ ਦੀ ਜੋ ਅਵਸਥਾ ਹੈ ਉਸ ਦਾ ਜੋ ਰਾਜ ਭਾਗ ਸੀ ਇੱਥੋਂ ਤੱਕ ਚਲਾ ਗਿਆ ਜਿਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਦੱਸਿਆ, ਚੰਦ ਸੂਰਜ ਜਾ ਕੇ ਤਪਤ ਰਸੋਈ, ਬੈਸੰਤਰ ਜਾ ਕੇ ਕਪੜੇ ਧੋਈ। ਵੀ ਉਹ ਦਿਨ ਦੇ ਸਮੇਂ ਸੂਰਜ ਤੋਂ ਕੰਮ ਲੈਂਦਾ, ਆਪਦੀ ਜੋ ਲੰਕਾ ਸੀ ਬਣਾਈ ਹੋਈ ਉਥੇ ਸੋਲਰ ਦਾ ਸਿਸਟਮ ਉਸਨੇ ਚਲਾ ਰੱਖਿਆ, ਰਾਤ ਨੂੰ ਚੰਦਰਮਾ ਤੋਂ ਕੰਮ ਲੈਂਦਾ। ਨਾਲ ਹੀ ਉਸਨੇ ਐਟਮ ਦਾ ਪ੍ਰਬੰਧ ਕਰ ਚੁੱਕਾ ਸੀ। ਹਵਾ ਵਾਸਤੇ ਉਹ ਅਡਾਰੀ ਮਾਰਨ ਵਾਸਤੇ, ਹਵਾ ਸਮੁੰਦਰ ਨੂੰ ਪਾਰ ਕਰਨ ਵਾਸਤੇ ਉਦੋਂ ਵਿਗਿਆਨੀ ਦੇ ਤੌਰ ਤੇ ਉਸਨੇ ਖੋਜ ਕਰ ਲਈ ਸੀ। ਉਸ ਵਰਗਾ ਉਦੋਂ ਨਹੀਂ ਸੀ ਕੋਈ, ਪਰ ਕਾਰਨ ਕੀ ਬਣਿਆ? ਹਉਮੈ। ਤੇ ਮਹਾਰਾਜ ਨੇ ਗੁਰਬਾਣੀ ਵਿੱਚ ਦੱਸਿਆ ਹੈ ਕਿ ਜਿਹੜੀ ਇਹ ਹਉਮੈ ਹੈ ਇਹ ਉਸ ਨੂੰ ਲੈ ਬੈਠੀ। ਹਉਮੈ ਵਿੱਚ ਆ ਕੇ ਉਸਨੇ ਤਮੋ ਗੁਣੀ ਬਿਰਤੀ ਧਾਰਨ ਕਰ ਲਈ, ਰਾਕਸ਼ ਬਿਰਤੀ ਧਾਰਨ ਕਰ ਲਈ। ਉਸ ਵਕਤ ਫਿਰ ਹੌਲੀ ਹੌਲੀ ਉਹ ਆਪਦਾ ਤੇ ਸਾਰੇ ਪਰਿਵਾਰ ਦਾ ਨਾਸ਼ ਕਰਾ ਬੈਠਿਆ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਹੁਣ ਐਸੀ ਅਵਸਥਾ ਚੱਲਣ ਲੱਗੀ ਜੇ ਅਸੀਂ ਅਕਲ ਕਲਾ ਦਾ ਇਸਤੇਮਾਲ ਗਲਤ ਕਰਦੇ ਹਾਂ, ਥੋੜਾ ਜਿਹਾ ਇਸ ਮਾਇਆ ਦੀ ਪ੍ਰਾਪਤੀ ਕਰਨ ਤੋਂ ਬਾਅਦ ਹਉਮੈ ਵਿੱਚ ਚਲੇ ਜਾਂਦੇ ਹਾਂ, ਥੋੜੀ ਜਿਹੀ ਵਿਦਵਤਾ ਨੂੰ ਲੈ ਕੇ ਹਉਮੈ ਵਿੱਚ ਚਲੇ ਜਾਂਦੇ ਹਾਂ, ਤੇ ਉਸ ਹਾਲਤ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਵੀ ਜਿਸ ਕੋਲ ਵੀ ਇੱਥੇ ਕੋਈ ਥੋੜੀ ਕਲਾ ਹੈ ਉਸਨੇ ਸਮੇਂ ਸਿਰ ਉਸ ਨੂੰ ਵਰਤਣ ਦੀ ਕੋਸ਼ਿਸ਼ ਕੀਤੀ। ਜੇ ਕਿਸੇ ਕੋਲ ਕੋਈ ਪਦਵੀ ਦੀ ਕਲਾ ਹੈ, ਕੋਈ ਉੱਚੇ ਅਹੁਦੇ ਤੇ ਬੈਠਾ ਹੈ, ਉਹ ਉਸ ਦਾ ਗਲਤ ਇਸਤੇਮਾਲ ਕਰਨ ਲੱਗਾ। ਜੇ ਕੋਈ ਰਾਜਨੀਤਿਕ ਪਦਵੀ ਤੇ ਗਿਆ, ਉਹ ਉਸ ਦਾ ਗਲਤ ਇਸਤੇਮਾਲ ਕਰਨ ਲੱਗਾ। ਕਹਿਣ ਤੋਂ ਭਾਵ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸ ਰਹੇ ਨੇ ਵੀ ਉਹ ਜਿਹੜੀ ਮਾਲਕ ਵੱਲੋਂ ਦੁਨਿਆਵੀ ਵੀ ਪਾਵਰ ਦਿੱਤੀ ਗਈ, ਜ਼ੋਰ ਦਿੱਤਾ ਗਿਆ, ਉਹ ਵੀ ਨਾ ਸਾਂਭਿਆ ਗਿਆ। ਤੇ ਇਸ ਹਾਲਤ ਵਿੱਚ ਮਹਾਰਾਜ ਕਹਿੰਦੇ ਨੇ ਵੀ ਇਹ ਪਰਮਾਤਮਾ ਵੱਲੋਂ ਕਲਾ ਦਿੱਤੀ ਜਾਂਦੀ ਹੈ, ਕਿਉਂਕਿ ਉਹ ਅਨੰਤ ਕਲਾ ਦਾ ਠਾਕੁਰ ਹੈ। ਨਿੱਕੀ ਜਿਹੀ ਕੀਰੀ ਦੇ ਵਿੱਚ ਵੀ ਜੇ ਉਹ ਕਲਾ ਰੱਖ ਦੇਵੇ ਤੇ ਉਹ ਕਰੋੜਾਂ ਦਾ ਲਸ਼ਕਰ ਤਬਾਹ ਕਰ ਸਕਦੀ ਹੈ। ਵੱਡੇ ਵੱਡੇ ਪਰਬਤ, ਵੱਡੇ ਵੱਡੇ ਹਉਮੈ ਵਿੱਚ
ਬੈਠੇ ਹੋਏ ਜੀਵ ਉਹ ਉਸ ਕੀੜੀ ਦਾ ਸਾਹਮਣਾ ਨਹੀਂ ਕਰ ਸਕਦੇ, ਕਿਉਂਕਿ ਉਸ ਕੀੜੀ ਦੇ ਮਨ ਦੇ ਵਿੱਚ ਨਾਮ ਵਸ ਗਿਆ ਹੈ ਤੇ ਨਾਮ ਹਉਮੈ ਤੋਂ ਉੱਪਰ ਹੈ। ਕੀ ਮਹਾਰਾਜ ਗੁਰਬਾਣੀ ਵਿੱਚ ਦੱਸ ਰਹੇ ਨੇ, ਨਿੱਕੀ ਕੀਰੀ ਮਹਿ ਕਲ ਰਾਖੇ, ਭਸਮ ਕਰੇ ਲਸ਼ਕਰ ਕੋਟ ਲਾਖੇ। ਇਹ ਕਲਾ ਹੈ, ਜਿਸ ਨੂੰ ਵੀ ਦੇ ਦੇਗਾ ਉਸੇ ਨੂੰ ਵਡਿਆਈ ਮਿਲ ਜੇਗੀ, ਜਿਸ ਤੋਂ ਖਿੱਚ ਲੇਗਾ ਉਸ ਨੂੰ ਥੱਲੇ ਲੈ ਆਏਗਾ, ਉਸ ਵਿੱਚ ਹਉਮੈ ਆ ਜਾਏਗੀ। ਇਹ ਆਪਣੀ ਕਲਾ ਆਪ ਹੀ ਵਧਾਉਂਦਾ ਹੈ, ਆਪ ਹੀ ਉਹ ਘਟਾਉਂਦਾ ਹੈ। ਹੁਣ ਇਹ ਅਕਲ ਕਲਾ ਮਨ ਨੂੰ ਦਿੱਤੀ। ਅੱਜ ਵੀ ਤੁਸੀਂ ਦੇਖੋ, ਅੱਜ ਜੋ ਇਹ ਚਾਰ ਚੁਫੇਰੇ ਭੈ ਦਾ ਮਾਹੌਲ ਬਣਿਆ ਹੋਇਆ ਹੈ, ਇਹ ਪਰਮਾਤਮਾ ਨੇ ਥੋੜੀ ਜਿਹੀ ਕਲਾ ਦਿਖਾਈ ਹੈ। ਕੀ ਦਿਖਾਈ ਹੈ? ਇੱਕ ਕੀੜੀ ਤੋਂ ਵੀ ਛੋਟਾ ਜਿਹਾ ਜੋ ਹੈ ਵਾਇਰਸ, ਇਹ ਦੁਨੀਆ ਨੂੰ ਡਰਾ ਰਿਹਾ ਹੈ। ਵੱਡੇ ਵੱਡੇ ਦੇਸ਼ ਜਿਨ੍ਹਾਂ ਨੇ ਪਰਮਾਣੂ ਤਿਆਰ ਕੀਤੇ ਹੋਏ ਨੇ, ਹੁਣ ਉਹ ਇੰਨਾ ਭੈ ਵਿੱਚ ਚਲੇ ਗਏ, ਦੂਰੀ ਬਣ ਗਈ ਹੈ, ਇੱਕ ਦੂਸਰੇ ਨੂੰ ਦੇਖਣਾ ਨਹੀਂ ਚਾਹੁੰਦੇ, ਇੱਕ ਦੂਸਰੇ ਨਾਲ ਕੋਈ ਹੱਥ ਨਹੀਂ ਮਿਲਾ ਰਿਹਾ, ਕੋਈ ਇੱਕ ਦੂਸਰੇ ਦੇ ਨੇੜੇ ਨਹੀਂ ਬੈਠ ਰਿਹਾ। ਪਰਮਾਤਮਾ ਨੇ ਥੋੜਾ ਜਿਹਾ ਕਲਾ ਛੱਡੀ ਹੈ ਤੇ ਇਸ ਛੋਟੇ ਜਿਹੇ ਜੀਵ ਤੋਂ ਡਰ ਗਏ ਨੇ, ਕਿਉਂਕਿ ਮਾਨਸ ਵਿੱਚ ਹਉਮੈ ਬੜੀ ਵੱਧ ਗਈ। ਇਸ ਹਉਮੈ ਨੂੰ ਤੋੜ ਰਹੇ ਨੇ। ਜਦੋਂ ਹਉਮੈ ਟੁੱਟ ਜਾਏਗੀ, ਸ਼ਰਨ ਵਿੱਚ ਆ ਜਾਏਗਾ, ਉਸ ਮੁਤਾਬਕ ਮਾਲਕ ਇਸ ਖੇਲ ਨੂੰ ਬਦਲ ਜਾਂਦੇ ਨੇ। ਹਉਮੈ ਦਾ ਪ੍ਰਗਟਾਵਾ ਜਿੰਨਾ ਜਿੰਨਾ ਮਨਾਂ ਦੇ ਅੰਦਰ ਹੁੰਦਾ ਹੈ, ਉਹ ਸਮਝਾਉਣ ਵਾਸਤੇ ਮਾਲਕ ਫਿਰ ਇੱਕ ਨਿਮਾਣੇ ਜਿਹੇ ਜੀਵ ਨੂੰ, ਇੱਕ ਕੀਟਾਣੂ ਨੂੰ ਹੀ ਕਲਾ ਦੇ ਦਿੰਦਾ ਹੈ। ਉਹ ਲਸ਼ਕਰ ਹੀ ਤਬਾਹ ਕਰ ਜਾਂਦਾ ਹੈ। ਇਸ ਕਰਕੇ ਮਹਾਰਾਜ ਨੇ ਦੱਸਿਆ, ਨੀਕੀ ਕੀਰੀ ਮਹਿ ਕਲ ਰਾਖੇ, ਭਸਮ ਕਰੇ ਲਸ਼ਕਰ ਕੋਟ ਲਾਖੇ। ਤੇ ਜੇ ਕਿਸੇ ਨੂੰ ਬਚਾਉਣਾ ਹੈ, ਉਸ ਨੂੰ ਕੋਈ ਮਾਰ ਵੀ ਨਹੀਂ ਸਕਦਾ। ਇਹ ਵੀ ਕਲਾ ਹੈ, ਇਹ ਪਾਉਣ ਦੀ ਕਲਾ ਹੈ। ਜਾਂ ਕਾ ਸਾਸ ਨ ਕੱਢਤ ਆਪ, ਤਾਂ ਕੋ ਰੱਖਤ ਦੇ ਕਰ ਹਾਥ। ਹੁਣ ਅਸੀਂ ਉਸ ਨੂੰ ਭੁੱਲ ਗਏ, ਸਾਡਾ ਪਰਮਾਤਮਾ ਤੇ ਭਰੋਸਾ ਨਹੀਂ ਰਿਹਾ। ਅਸੀਂ ਇੰਨਾ ਡਰ ਗਏ, ਇੰਨਾ ਭੈ ਵਿੱਚ ਚਲੇ ਗਏ ਵੀ ਸਾਡੇ ਪਰਿਵਾਰਾਂ ਦੇ ਵਿੱਚ ਹੁਣ ਐਸਾ ਸਮਾਂ ਆ ਗਿਆ ਕਿ ਅਸੀਂ ਅੰਦਰ ਹੀ ਅੰਦਰ ਰਹਿੰਦੇ ਹਾਂ, ਇੱਕ ਦੂਸਰੇ ਨਾਲ ਲੜਦੇ ਰਹਿੰਦੇ ਹਾਂ। ਸਾਡੇ ਅੰਦਰ ਡਿਪਰੈਸ਼ਨ ਪੈਦਾ ਹੋਣ ਲੱਗੇ। ਸਾਡੀ ਕੀ ਹਾਲਤ ਕਰ ਦਿੱਤੀ। ਇੱਕ ਛੋਟੇ ਜਿਹੇ ਭੈ ਵਿੱਚ ਆ ਕੇ ਅਸੀਂ ਪਰਮਾਤਮਾ ਨੂੰ ਭੁੱਲ ਗਏ। ਮਰਨਾ ਹੁਣ ਅੱਗੋਂ ਜਦੋਂ ਦਿਸਣ ਲੱਗਾ ਤੇ ਅਸੀਂ ਭੈ ਵਿੱਚ ਚਲੇ ਗਏ। ਇਹ ਨਹੀਂ ਦੇਖਿਆ ਵੀ ਜੇ ਉਹ ਬਚਾਉਣ ਵਾਲਾ ਨਾਲ ਹੈ, ਉਹ ਕੋਈ ਨਹੀਂ ਤੁਹਾਨੂੰ ਮਾਰ ਸਕਦਾ। ਜਿੰਨਾ ਚਿਰ ਉਹ ਹੱਥ ਦੇ ਕੇ ਰੱਖੇਗਾ, ਉਹਨਾਂ ਚਿਰ ਕੋਈ ਨਹੀਂ ਜਾਣ ਦੇਗਾ ਇੱਥੋਂ। ਜਦੋਂ ਉਸ ਨੇ ਇਹ ਕਲਾ ਨੂੰ ਖਿੱਚ ਲਿਆ, ਪਾਉਣ ਵੀ ਕਲਾ ਹੈ, ਇਸ ਨੂੰ ਜਦੋਂ ਖਿੱਚ ਲਿਆ ਤੇ ਨਹੀਂ ਕੋਈ ਰੋਕ ਸਕੇਗਾ। ਇਸ ਕਰਕੇ ਮਹਾਰਾਜ ਨੇ ਦੱਸਿਆ, ਇੱਥੇ ਤੁਸੀਂ ਜੋ ਸੰਸਾਰ ਦੇ ਮੁਤਾਬਕ ਚਲੋ ਸਾਵਧਾਨੀਆਂ ਤੁਸੀਂ ਵਰਤਣੀਆਂ, ਉਹ ਲਾਜ਼ਮੀ ਹੁੰਦੀਆਂ ਨੇ, ਪਰ ਮਨ ਵਿੱਚ ਮੌਤ ਦਾ ਭੈ ਕੱਢ ਦੇਣਾ ਹੁੰਦਾ ਹੈ। ਮਰਨਾ ਸੱਚ ਹੈ ਤੇ ਮਰਨ ਵਾਲੀ ਕੋਈ ਚੀਜ਼ ਨਹੀਂ। ਅੰਤਰ ਵਸਣ ਵਾਲਾ ਜੋ ਮਨ ਹੈ, ਮਰਦਾ ਤਾਂ ਹੈ ਜਦੋਂ ਪਰਮਾਤਮਾ ਨੂੰ ਭੁੱਲ ਜਾਂਦਾ ਹੈ, ਉਦੋਂ ਮਰਦਾ ਹੈ। ਜਦੋਂ ਨਾਮ ਦੇ ਨਾਲ ਜੁੜ ਜਾਂਦਾ ਹੈ, ਸਦਾ ਹੀ ਜੀਵਤ ਹੋ ਜਾਂਦਾ ਹੈ। ਇਸ ਕਰਕੇ ਇਸ ਖੇਲ ਨੂੰ ਸਮਝਣ ਵਾਸਤੇ ਆਪਾਂ ਹੁਣ ਇਹ ਅਕਲ ਕਲਾ ਮਨਮੁਖ ਨੇ ਹਉਮੈ ਵਿੱਚ ਵਰਤੀ, ਦੁਰਯੋਧਨ ਨੇ ਵਰਤੀ, ਰਾਵਣ ਨੇ ਵਰਤੀ। ਜਿਨ੍ਹਾਂ ਨੂੰ ਕਿਸੇ ਰਾਜਿਆਂ ਨੂੰ ਥੋੜਾ ਬਹੁਤਾ ਮਾਲਕ ਨੇ ਗਿਆਨ ਦਿੱਤਾ, ਗਿਆਨ ਦੀ ਕਲਾ ਵਿੱਚ ਆ ਕੇ ਹਉਮੈ ਵਿੱਚ ਆ ਗਿਆ, ਉਸ ਨੇ ਆਪ ਦਾ ਹੀ ਪ੍ਰਗਟਾਵਾ ਸ਼ੁਰੂ ਕਰ ਦਿੱਤਾ। ਇੱਥੇ ਆਪਣੇ ਆਪ ਨੂੰ ਸਥਾਪਿਤ ਕਰ ਲਿਆ। ਜੁਗ ਹੈ ਜੁਗ ਕੇ ਰਾਜ ਹੈ ਕੀਏ, ਗਾਵੇ ਹੈ ਕਰ ਅਵਤਾਰੀ, ਤਿਨ ਵੀ ਅੰਤ ਨਾ ਪਾਇਆ ਤੇਰਾ, ਕਿਆ ਕੋ ਆਖ ਵਿਚਾਰੀ। ਵੀ ਜਿੰਨੇ ਵੀ ਰਾਜੇ ਹੋਏ, ਮਹਾਰਾਜੇ ਹੋਏ, ਜਾਂ ਕੋਈ ਗਿਆਨੀ ਪੁਰਸ਼ ਹੋਏ, ਵਿਦਵਾਨ ਹੋਏ, ਉਹਨਾਂ ਨੇ ਪਰਮਾਤਮਾ ਨੂੰ ਵਿਸਰ ਕੇ ਉਸ ਦੀ ਕਲਾ ਦਾ ਇਸਤੇਮਾਲ ਕਰਕੇ ਇੱਥੇ ਜ਼ੋਰ ਦਾ ਪ੍ਰਗਟਾਵਾ ਕੀਤਾ, ਆਪ ਦੀ ਹਉਮੈ ਦਾ ਪ੍ਰਗਟਾਵਾ ਕੀਤਾ, ਉਹ ਨਸ਼ਟ ਹੋ ਗਏ। ਤੇ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਕੋਈ ਇੱਥੇ ਉੱਤਮ ਨਹੀਂ ਹੈ, ਕੋਈ ਇੱਥੇ ਨੀਚ ਨਹੀਂ ਹੈ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਈ। ਇਹ ਪਰਮਾਤਮਾ ਦੀ ਕਲਾ ਹੈ। ਜਿਸ ਦੇ ਹੱਥ ਵਿੱਚ ਜ਼ੋਰ ਦੇ ਦਿੰਦਾ ਹੈ, ਉਸ ਦਾ ਹੁਕਮ ਚੱਲ ਪੈਂਦਾ ਹੈ।
ਉਹੀ ਪਰਮਾਤਮਾ ਜਦੋਂ ਜ਼ੋਰ ਖਿੱਚ ਲੈਂਦਾ ਹੈ, ਉਹੀ ਇਨਸਾਨ ਉਸ ਨੂੰ ਕੋਈ ਵੀ ਨਹੀਂ ਪੁੱਛਦਾ, ਉਸ ਦੇ ਘਰ ਦੇ ਤੱਕ ਨਹੀਂ ਪੁੱਛਦੇ, ਐਸੀ ਹਾਲਤ ਕਰ ਦਿੰਦਾ ਹੈ। ਉਹ ਤੁਸੀਂ ਦੇਖ ਹੀ ਰਹੇ ਹੋ ਕਿ ਅੱਜ ਜੀਵ ਪਰਿਵਾਰਾਂ ਵਿੱਚ ਇੱਕ ਦੂਸਰੇ ਨਾਲ ਉਹ ਨਹੀਂ ਬੋਲਦੇ, ਵਿਚਾਰਾਂ ਦਾ ਟਕਰਾਅ ਚੱਲ ਗਿਆ, ਕਿਉਂਕਿ ਅਸੀਂ ਪਰਮਾਤਮਾ ਵੱਲੋਂ ਦਿੱਤੀ ਹੋਈ ਕਲਾ ਨੂੰ ਨਹੀਂ ਸਮਝੇ। ਤੇ ਮਹਾਰਾਜ ਨੇ ਦੱਸਿਆ ਕਿ ਜੇ ਤੁਸੀਂ ਕਲਾ ਦਾ ਇਸਤੇਮਾਲ ਸਹੀ ਕਰਨਾ ਚਾਹੁੰਦੇ ਹੋ ਤੇ ਗੁਰੂ ਦੇ ਨਾਲ ਵਿਚਾਰਨ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਜਾਓ, ਗੁਰੂ ਦੀ ਬਾਣੀ ਨਾਲ ਜੁੜੋ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਦੀ ਬਾਣੀ ਸਾਨੂੰ ਅਕਲ ਸਿਖਾਏਗੀ। ਤੇ ਕੀ ਸਿਖਾਏਗੀ? ਵੀ ਪਹਿਲਾਂ ਤਾਂ ਆਪਦੇ ਵਿਚਾਰ ਰੋਕੋ। ਤੁਸੀਂ ਵਿਚਾਰਾਂ ਦੇ ਵਿੱਚ ਹੋ, ਆਪਦੇ ਵਿਚਾਰ ਮਾਰੋ, ਆਪਦੇ ਅੰਤਰਗਤ ਫੁਰਨੇ ਰੋਕੋ, ਟਿਕਾਓ ਵਿੱਚ ਆਓ, ਸਹਿਜ ਵਿੱਚ ਆਓ। ਸਹਿਜ ਵਿੱਚ ਆਓਗੇ, ਫਿਰ ਤੁਹਾਨੂੰ ਇਸ ਅਕਲ ਦਾ ਇਸਤੇਮਾਲ ਕਰਨਾ ਸਿਖਾਇਆ ਜਾਏਗਾ, ਕਿਉਂਕਿ ਅਜੇ ਤਾਂ ਅਕਲ ਉਲਟ ਚੱਲ ਰਹੀ ਹੈ। ਫਰੀਦਾ ਜੇ ਤੂੰ ਅਕਲ ਲਤੀਫ ਹੈ, ਕਾਲੇ ਲਿਖ ਨਾ ਲੇਖ। ਹੁਣ ਕੀ ਕਰੋ ਫਰਮਾ ਰਹੇ ਨੇ। ਇਹ ਹੁਣ ਆਪਾਂ ਸਾਰਿਆਂ ਨੇ ਇਸ ਚੀਜ਼ ਨੂੰ ਵਿਚਾਰਨਾ ਹੈ, ਕਿਉਂਕਿ ਇਸੇ ਕਰਕੇ ਆਪਾਂ ਇੱਕ ਦੂਸਰੇ ਨਾਲ ਸਾਂਝ ਪਾਉਂਦੇ ਹਾਂ ਵੀ ਜੋ ਵਿਚਾਰ ਕੀਤੀ ਜਾਏ ਉਸ ਨੂੰ ਤ੍ਰੈ ਗੁਣਾ ਵਿੱਚ ਆ ਕੇ ਲਾਗੂ ਵੀ ਕੀਤਾ ਜਾਏ। ਹੁਣ ਪਰਮਾਤਮਾ ਵੱਲੋਂ ਦਿੱਤੀ ਅਕਲ ਦਾ ਇਸਤੇਮਾਲ ਆਪਾਂ ਕਿਸ ਤਰ੍ਹਾਂ ਕਰਨਾ ਹੈ? ਸਭ ਤੋਂ ਪਹਿਲਾਂ ਤਾਂ ਅਕਲ ਦਾ ਇਸਤੇਮਾਲ ਇਸ ਤਰ੍ਹਾਂ ਕਰੋ ਵੀ ਤੁਹਾਡੇ ਪਰਿਵਾਰ ਦੇ ਵਿੱਚੋਂ ਵਿਚਾਰਾਂ ਦਾ ਟਕਰਾਅ ਖਤਮ ਹੋ ਜਾਏ। ਇਹ ਹੁਣ ਅਕਲ ਦਾ ਇਸਤੇਮਾਲ ਕਿਸ ਤਰ੍ਹਾਂ ਕਰੋ, ਉੱਥੇ ਹੁਣ ਮਹਾਰਾਜ ਤਰੀਕਾ ਦੱਸ ਰਹੇ ਨੇ, ਜਿਹੜਾ ਆਮ ਆਪਾਂ ਹਰ ਇੱਕ ਜੀਵ ਕਹਿੰਦਾ ਹੈ ਵੀ ਸਾਡੇ ਪਰਿਵਾਰ ਦੇ ਵਿੱਚ ਵਿਚਾਰ ਨਹੀਂ ਮਿਲਦੇ, ਸਾਡੇ ਅੰਦਰ ਦੁਬਦਾ ਹੈ, ਟਕਰਾਅ ਹੈ, ਹਉਮੈ ਦੇ ਵਿੱਚ ਆ ਗਏ ਹਾਂ, ਸ਼ਾਂਤੀ ਨਹੀਂ ਹੈ। ਉਸ ਵਾਸਤੇ ਕੀ ਕਰੋ? ਮਹਾਰਾਜ ਗੁਰਬਾਣੀ ਵਿੱਚ ਹੁਣ ਇਸ ਕਲਾ ਦਾ ਇਸਤੇਮਾਲ ਕਰਨ ਲੱਗੇ ਨੇ। ਹੋਏ ਇਕੱਤਰ ਮਿਲ ਹੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਏ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਵੀ ਇਕੱਠੇ ਹੋ ਕੇ ਬੈਠੋ, ਇੱਕ ਜੀਵ ਸ਼ਬਦ ਦੀ ਵਿਚਾਰ ਕਰੇ, ਦੂਸਰਾ ਪਰਿਵਾਰ ਦੇ ਮੈਂਬਰ ਸੁਣਨ। ਇੱਕ ਜੀਵ ਕਰ ਰਿਹਾ ਹੈ, ਦੂਸਰਾ ਸੁਣ ਰਿਹਾ ਹੈ, ਦੋਵੇਂ ਹੀ ਚੌਥੇ ਪਦ ਵਿੱਚ ਆ ਗਏ। ਸ਼ਬਦ ਦੀ ਵਿਚਾਰ ਕਰਨ ਦੇ ਨਾਲ ਸਾਡੀ ਸੁਰਤੀ ਤ੍ਰੈ ਗੁਣਾ ਵਿੱਚੋਂ ਆਜ਼ਾਦ ਹੋ ਜਾਂਦੀ ਹੈ। ਅਸੀਂ ਚੌਥੇ ਪਦ ਵਿੱਚ ਚਲੇ ਜਾਂਦੇ ਹਾਂ। ਚੌਥੇ ਪਦ ਵਿੱਚ ਸਾਡਾ ਮਾਤਾ ਪਿਤਾ ਸਾਡੇ ਸਾਹਮਣੇ ਆ ਜਾਂਦਾ ਹੈ। ਉੱਥੇ ਜਿਹੜੇ ਸਾਡੇ ਸਵਾਸ ਨੇ ਇਹ ਜਮ੍ਹਾਂ ਹੋ ਜਾਂਦੇ ਨੇ। ਉਸ ਅਵਸਥਾ ਦੇ ਵਿੱਚ ਆਪਣੇ ਸਵਾਸਾਂ ਦੀ ਖੇਪ, ਸਵਾਸਾਂ ਦੀ ਪੂੰਜੀ, ਇਹ ਸਾਰੇ ਪਰਿਵਾਰ ਇਹ ਰੋਜ਼ ਬੈਠੋ ਤੇ ਇਸ ਨੂੰ ਜਮ੍ਹਾਂ ਕਰਾਉਣਾ ਸ਼ੁਰੂ ਕਰੋ। ਇਸ ਤਰ੍ਹਾਂ ਇਸ ਅਕਲ ਦਾ ਇਸਤੇਮਾਲ ਕਰੋ। ਇੱਕ ਤਾਂ ਉਂਝ ਤਾਂ ਸੰਸਾਰ ਵਿੱਚ ਤਾਂ ਕਰ ਹੀ ਰਹੇ ਹੋ, ਇੱਕ ਦੂਸਰੇ ਨੂੰ ਨੀਚਾ ਦਿਖਾਉਣ ਵਿੱਚ ਜਾਂ ਇੱਕ ਦੂਸਰੇ ਨੂੰ ਮਾੜਾ ਚੰਗਾ ਬੋਲਣ ਵਿੱਚ। ਇਹ ਕੋਈ ਅਕਲ ਨਹੀਂ ਹੈ। ਇਹ ਆਮ ਜਾਨਵਰ ਵੀ ਨਹੀਂ ਕਰਦੇ। 84 ਲੱਖ ਜੂਨ ਦੀ ਪਰਵਾਹ ਤੁਸੀਂ ਦੇਖੋ, ਜੇ ਕੋਈ ਜੀਵ ਦੁਖੀ ਹੈ ਉਸ ਦੇ ਬਾਕੀ ਮੈਂਬਰ ਉਸ ਦੀ ਮਦਦ ਕਰਦੇ ਨੇ। ਉਹ ਜੇ ਕੋਈ ਕੰਮ ਕਰ ਰਿਹਾ ਹੈ ਉਸ ਦੇ ਕੰਮ 'ਚ ਹੱਥ ਵਟਾਉਂਦੇ ਨੇ, ਜੇ ਕੰਮ ਇਸ ਤਰੀਕੇ ਨਾਲ ਚੱਲਦੇ ਨੇ। ਉਹ ਛੋਟੇ ਜਿਹੇ ਪਰਿਵਾਰ ਘਰ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਰਹਿੰਦੇ ਨੇ। ਇਹ ਮਾਨਸ ਜਾਮਾ ਤੁਸੀਂ ਆਪ ਹਿਸਾਬ ਲਾਓ ਵੀ ਕੀ ਹਾਲਤ ਹੋ ਗਈ ਹੈ। 5-4 ਜੀ ਹੁੰਦੇ ਨੇ, ਉਹ ਆਪਸ ਵਿੱਚ ਇੱਕ ਦੂਸਰੇ ਨੂੰ ਨਹੀਂ ਦੇਖਣਾ ਚਾਹੁੰਦੇ, ਉਹ ਆਪਸ ਵਿੱਚ ਇੱਕ ਦੂਸਰੇ ਨਾਲ ਨਹੀਂ ਗੱਲਬਾਤ ਕਰਦੇ, ਕਿਉਂਕਿ ਅੰਦਰ ਜਿਹੜਾ ਮਨ ਹੈ ਉਹ ਪੰਜਾਂ ਦੇ ਵੱਸ ਚਲਾ ਗਿਆ। ਇਸ ਕਰਕੇ ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਜਿਸ ਦੇ ਨਾਲ ਤੁਹਾਡੇ ਵਿਚਾਰ ਟਕਰਾਏ ਨੇ ਉਸ ਦੇ ਪ੍ਰਤੀ ਆਪਦੇ ਅੰਦਰੋਂ ਜੋ ਦੂਰੀ ਬਣੀ ਹੋਈ ਹੈ ਉਸ ਨੂੰ ਖਤਮ ਕਰੋ, ਕਿਉਂਕਿ ਖੇਲ ਹੀ ਕਾਲ ਦਾ ਹੈ। ਉੱਥੇ ਆਪ ਦੀ ਗਲਤੀ ਸਵੀਕਾਰ ਕਰਕੇ ਨੀਵੇਂ ਹੋ ਕੇ ਚੱਲ ਪਓ, ਕੋਈ ਫਰਕ ਨਹੀਂ ਪਏਗਾ। ਜਿਵੇਂ ਤੁਸੀਂ ਸਹਿਜ ਵਿੱਚ ਆ ਜਾਓਗੇ ਬਾਕੀ ਵੀ ਤੁਹਾਡੇ ਤੋਂ ਪ੍ਰਭਾਵਿਤ ਹੋਣਗੇ, ਕਿਉਂਕਿ ਸਹਿਜ ਦੇ ਵਿੱਚ ਪਰਮਾਤਮਾ ਵਸਦਾ ਹੈ। ਜਹਾਂ ਖਿਮਾ ਤਹ ਆਪ। ਜਿੱਥੇ ਤੁਸੀਂ ਸਹਿਜ ਵਿੱਚ ਆ ਗਏ ਉੱਥੇ ਮਾਲਕ ਉੱਥੇ ਆਪ ਤੁਹਾਡੇ ਨਾਲ ਸਹਾਈ ਹੋਏਗਾ। ਸਹਿਜ ਸੁਭਾਅ ਹੀ ਹਉਮੈ ਦੂਰ ਹੋ ਜਾਏਗੀ। ਸਾਰਾ ਪਰਿਵਾਰ ਇਕੱਠਿਆਂ ਬੈਠੋ, ਸ਼ਬਦ ਦੀ ਵਿਚਾਰ ਕਰੋ। ਉਸ ਅਵਸਥਾ ਵਿੱਚ ਮਹਾਰਾਜ ਕਹਿੰਦੇ ਨੇ ਵੀ ਜਿਹੜੇ ਗੁਰਮੁਖ ਨੇ ਉਹ ਆਪ ਦੇ ਪਰਿਵਾਰ ਨੂੰ ਉਤਾਰ ਲੈਂਦੇ ਨੇ, ਕਿਉਂਕਿ ਆਪ ਤਾਂ ਉਤਾਰੇ ਹੀ ਨੇ।
ਉਹ ਸੰਗੀਆਂ ਨੂੰ ਸਾਥੀਆਂ ਨੂੰ ਵੀ ਤਾਰ ਲੈਂਦੇ ਨੇ, ਕਿਉਂਕਿ ਉਹਨਾਂ ਨੇ ਹਉਮੈ ਨੂੰ ਛੱਡ ਕੇ ਸ਼ਬਦ ਨੂੰ, ਮਨ ਨੂੰ ਸ਼ਬਦ ਨਾਲ ਜੋੜਿਆ ਹੈ। ਹੁਣ ਇਸ ਤਰੀਕੇ ਨਾਲ ਚੱਲੋ। ਅਕਲ ਇਹ ਨਾ ਆਖੀਐ ਅਕਲੀ ਗਵਾਈਐ ਬਾਦ, ਅਕਲੀ ਸਾਹਿਬ ਸੇਵੀਐ, ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ। ਨਾਨਕ ਰਾਹ ਇਹੋ ਹੈ, ਹੋਰ ਗੱਲਾਂ ਸ਼ੈਤਾਨ। ਹੁਣ ਇਸ ਤਰ੍ਹਾਂ ਅਕਲ ਦਾ ਇਸਤੇਮਾਲ ਕਰੋ। ਸੰਸਾਰ ਵਿੱਚੋਂ ਦੁਬਿਧਾ ਨੂੰ ਛੱਡ ਕੇ, ਨਫ਼ਰਤ ਨੂੰ ਛੱਡ ਕੇ ਲਿਵ ਦੇ ਰਸਤੇ ਚੱਲੋ। ਇੱਕ ਦੂਸਰੇ ਦੇ ਨਾਲ ਮਨ ਵਿੱਚੋਂ ਦੂਰੀ ਨੂੰ ਖਤਮ ਕਰੋ। ਇਕੱਠੇ ਬੈਠ ਕੇ ਜੋ ਗੁਰੂ ਹੁਣ ਅਕਲ ਸਿਖਾ ਰਿਹਾ ਹੈ, ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਉਸ ਮੁਤਾਬਕ ਆਪ ਦਾ ਸੁਭਾਅ ਨੂੰ ਬਦਲੋ, ਉਸ ਅਕਲ ਦਾ ਇਸਤੇਮਾਲ ਕਰੋ। ਇਸ ਤਰ੍ਹਾਂ ਜਿਹੜੇ ਅਕਲ ਦਾ ਇਸਤੇਮਾਲ ਕਰਨਗੇ, ਉਹ ਜਿਹੜੇ ਮਨ ਨੇ, ਉਹ ਫਿਰ ਪਰਮਾਤਮਾ ਦੇ ਦਰ ਦੇ ਉੱਪਰ ਜਦੋਂ ਸਵਾਸ ਜਮ੍ਹਾਂ ਕਰਨਗੇ। ਹੁਣ ਇੱਕ ਐਸਾ ਮਨ ਹੈ ਜਿਸ ਨੇ ਗੁਰੂ ਕੋਲੋਂ ਇਹ ਸਿੱਖ ਲਈ, ਗੁਰੂ ਦੀ ਸ਼ਰਨ ਵਿੱਚ ਚਲਾ ਗਿਆ, ਗੁਰੂ ਨੇ ਉਸ ਨੂੰ ਹੁਣ ਮੱਤ ਸਿਖਾ ਦਿੱਤੀ, ਅਕਲ ਕਲਾ ਸਿਖਾ ਦਿੱਤੀ। ਉਹ ਇਸ ਮਾਇਆ ਦੇ ਰਸਤੇ ਵਿੱਚੋਂ ਮਾਇਆ ਦੇ ਰਸਤੇ ਨੂੰ ਛੱਡ ਕੇ ਇਸ ਲਿਵ ਦੇ ਰਸਤੇ ਤੇ ਚੱਲ ਪਿਆ। ਜਦੋਂ ਲਿਵ ਦੇ ਰਸਤੇ ਤੇ ਚੱਲਿਆ, ਇੱਥੇ ਸਹਿਜ ਵਿੱਚ ਚਲਾ ਗਿਆ, ਦਰ ਤੇ ਚਲਾ ਗਿਆ। ਜਦੋਂ ਅਸੀਂ ਦਰ ਤੇ ਚਲੇ ਜਾਂਦੇ ਹਾਂ, ਸਾਡੀ ਜਿਹੜੀ ਸਵਾਸ ਨੇ, ਸਾਡੇ ਜਿਹੜੇ ਪੌਣ ਹੈ, ਇਹ ਜਮ੍ਹਾਂ ਹੋ ਜਾਂਦੀ ਹੈ। ਜਦੋਂ ਸਵਾਸ ਜਮ੍ਹਾਂ ਹੋ ਗਏ, ਅਸੀਂ ਗੁਰੂ ਦੀ ਸ਼ਰਨ ਵਿੱਚ ਚਲੇ ਗਏ। ਗੁਰੂ ਨੇ ਦੇਖਿਆ ਵੀ ਮਨ ਜਿਹੜਾ ਹੈ, ਇਸ ਨੇ ਕਾਫੀ ਪੂੰਜੀ ਜਮ੍ਹਾਂ ਕਰ ਲਈ ਹੈ, ਇਹ ਵੀ ਪਰਮਾਤਮਾ ਨੂੰ ਮਿਲ ਸਕਦਾ ਹੈ, ਇਹ ਨਾਮ ਦਾ ਖਜ਼ਾਨਾ ਪ੍ਰਾਪਤ ਕਰਨ ਦੇ ਕਾਬਲ ਹੈ। ਉਸ ਵਕਤ ਗੁਰੂ ਫਿਰ ਇਹ ਦਰ ਖੋਲ ਕੇ ਸਾਨੂੰ ਸੱਚ ਦੇ ਸਨਮੁਖ ਕਰ ਦਿੰਦਾ ਹੈ। ਉਸ ਵਕਤ ਫਿਰ ਸਾਨੂੰ ਕਲਾ ਮਿਲਦੀ ਹੈ, ਜਿਹੜੀ ਕਲਾ ਅਸੀਂ ਭੁੱਲ ਚੁੱਕੇ ਹਾਂ ਜਾਂ ਉਲਟ ਖਰਚ ਕਰ ਰਹੇ ਹਾਂ, ਤ੍ਰੈ ਗੁਣਾ ਵਿੱਚ ਖਰਚ ਕਰ ਰਹੇ ਹਾਂ। ਹੁਣ ਉਹ ਕਲਾ ਨੂੰ ਗੁਰੂ ਨੇ ਛਡਾ ਦਿੱਤਾ ਤੇ ਇਸ ਨੂੰ ਛੱਡ ਦਿਓ। ਦੂਜੀ ਛੋੜ ਕਵਾਟੜੀ, ਇੱਕ ਸਸਿਉਂ ਲਿਵ ਲਾਏ। ਆਪਸ ਵਿੱਚੋਂ ਵਿਚਾਰਾਂ ਦਾ ਟਕਰਾਅ ਉਸ ਨੂੰ ਖਤਮ ਕਰੋ। ਆਪ ਦੇ ਬਣਾਈ ਹੋਈ ਅੰਦਰਲੀ ਦੂਰੀ ਨੂੰ ਖਤਮ ਕਰੋ। ਆਪ ਦੀ ਹਉਮੈ ਨੂੰ ਛੱਡ ਕੇ ਥੋੜ੍ਹਾ ਜਿਹਾ ਸਹਿਜ ਵਿੱਚ ਆ ਜਾਓ, ਸੁਣਨ ਦੀ ਅਵਸਥਾ ਵਿੱਚ ਆ ਜਾਓ। ਤੁਹਾਡੇ ਅੰਦਰ ਜਦੋਂ ਐਸੇ ਗੁਣ ਪੈਦਾ ਹੋਣ ਲੱਗ ਗਏ, ਤੁਸੀਂ ਸਵਾਸਾਂ ਦੀ ਪੂੰਜੀ ਨੂੰ ਜਮ੍ਹਾਂ ਕਰਨ ਲੱਗ ਗਏ, ਗੁਰੂ ਦੀ ਸ਼ਰਨ ਵਿੱਚ ਚਲੇ ਗਏ। ਗੁਰੂ ਨੇ ਇਹ ਦਰ ਨੂੰ ਖੋਲ ਕੇ ਸਾਡੇ ਮਨ ਨੂੰ ਘਰ ਬਿਠਾ ਦੇਣਾ ਹੈ। ਉੱਥੇ ਜਦੋਂ ਅਸੀਂ ਸੱਚ ਦੇ ਸਨਮੁਖ ਬੈਠ ਗਏ, ਉੱਥੇ ਸਾਨੂੰ ਸੱਚ ਵੱਲੋਂ, ਨਿਰੰਕਾਰ ਵੱਲੋਂ ਇਹ ਕਲਾ ਮਿਲੇਗੀ, ਕਲਾ ਸਿਖਾਈ ਜਾਏਗੀ। ਉਸ ਕਲਾ ਨੂੰ ਫਿਰ ਮਹਾਰਾਜ ਨੇ ਦੱਸਿਆ ਹੈ ਵੀ ਕੀ ਕਰੋ, ਤੁਸੀਂ ਉਸ ਅਕਲ ਦਾ, ਕਲਾ ਦਾ ਇਸਤੇਮਾਲ ਕਰੋ ਤੇ ਤ੍ਰੈ ਗੁਣਾ ਦੇ ਵਿੱਚ ਆਉਣਾ ਜਾਣਾ, ਤ੍ਰੈ ਗੁਣਾ ਵਿੱਚ ਆਉਣਾ, ਤ੍ਰੈ ਗੁਣਾ ਵਿੱਚੋਂ ਆਪਦੇ ਘਰ ਵਾਪਸ ਜਾਣਾ, ਜਿਸ ਨੂੰ ਗੁਰਬਾਣੀ ਵਿੱਚ ਨਿੱਜ ਘਰ ਕਹਿੰਦੇ ਨੇ, ਥਿਰ ਘਰ ਕਹਿੰਦੇ ਨੇ। ਇਹ ਬਣਾਓ। ਉਸ ਅਕਲ ਦੁਆਰਾ, ਕਲਾ ਦੁਆਰਾ ਆਉਣਾ ਜਾਣਾ ਸਿੱਖੋ। ਇਹ ਕਲਾ ਸਿੱਖੋ, ਇਹ ਰਸਤੇ ਨੂੰ ਪਛਾਣੋ ਕਿ ਸੰਸਾਰ ਵਿੱਚ ਵਿਚਾਰਾਂ ਦੇ ਟਕਰਾਅ ਤੋਂ, ਧੜਿਆਂ ਤੋਂ ਬਚ ਕੇ ਕਿਸ ਤਰ੍ਹਾਂ ਪਾਰ ਬ੍ਰਹਮ ਦੀ ਸ਼ਰਨ ਵਿੱਚ ਚੱਲਣਾ ਹੈ, ਤੇ ਜਦੋਂ ਤ੍ਰੈ ਗੁਣਾ ਤੋਂ ਵੱਖ ਹੋਣਾ ਹੈ ਤੇ ਕਿਸ ਤਰ੍ਹਾਂ ਤੁਸੀਂ ਵਾਪਸ ਆਪਦੇ ਘਰ ਆਉਣਾ ਹੈ। ਇਸ ਅਕਲ ਦਾ, ਕਲਾ ਦਾ ਇਸਤੇਮਾਲ ਕਰੋਗੇ, ਤੁਹਾਡਾ ਨਿੱਜ ਘਰ ਦੇ ਵਿੱਚੋਂ ਤ੍ਰੈ ਗੁਣਾ ਦੇ ਵਿੱਚ, ਤ੍ਰੈ ਗੁਣਾ ਦੇ ਵਿੱਚੋਂ ਇਸ ਨਿੱਜ ਮਹਿਲ ਦੇ ਵਿੱਚ ਆਉਣਾ ਜਾਣਾ ਬਣ ਜਾਏਗਾ। ਇਸ ਤਰੀਕੇ ਨਾਲ ਸਿੱਖੋ। ਇਸ ਨੂੰ ਮਹਾਰਾਜ ਕਹਿੰਦੇ ਨੇ, ਨਿੱਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏ ਗੋ ਫੇਰਾ। ਵੀ ਬਹੁਤਾ ਫਿਰ ਤੁਹਾਡਾ ਇਸ ਮਾਇਆ ਦੇ ਘਰ ਦੇ ਵਿੱਚ ਆਉਣਾ ਜਾਣਾ ਨਹੀਂ ਬਣੇਗਾ, ਜੇ ਤੁਸੀਂ ਗੁਰੂ ਦੀ ਮੱਤ ਮੁਤਾਬਕ ਇੱਥੇ ਇਸ ਕਲਾ ਦਾ ਇਸਤੇਮਾਲ ਸਿੱਖੋਗੇ। ਹੁਣ ਜਦੋਂ ਅਸੀਂ ਆਪਦੇ ਘਰ ਬੈਠ ਗਏ, ਫਿਰ ਸਾਨੂੰ ਇਹ ਕਲਾ ਮਿਲਣੀ ਸ਼ੁਰੂ ਹੋਈ। ਫਿਰ ਮਹਾਰਾਜ ਕਹਿੰਦੇ ਨੇ, ਜਿਸ ਤਰ੍ਹਾਂ ਤੁਸੀਂ ਇੱਥੇ ਬੈਠ ਕੇ ਸਾਰੇ ਪਰਿਵਾਰ ਨੇ ਇੱਥੇ ਸਵਾਸ ਜਮ੍ਹਾਂ ਕਰਾਈ ਸੀ, ਤੇ ਮਹਾਰਾਜ ਨੇ, ਗੁਰੂ ਨੇ ਤੁਹਾਨੂੰ ਨਿੱਜ ਮਹਿਲ ਦੇ ਵਿੱਚ ਬਿਠਾ ਦਿੱਤਾ। ਹੁਣ ਤੁਸੀਂ ਨਿੱਜ ਮਹਿਲ ਦੇ ਵਿੱਚ ਬੈਠ ਕੇ
सतगुर ਦੀ ਸੇਵਾ ਕਰੋ। सतगुर ਦੀ ਸੇਵਾ ਹੈ, ਉਥੇ ਬੋਲਣਾ ਨਹੀਂ ਹੈ, ਉਥੇ ਦ੍ਰਿਸ਼ਟੀ ਦੁਆਰਾ ਸੇਵਾ ਹੈ। ਉਹ ਸਬਜੈਕਟ ਆਪਾਂ ਫਿਰ ਸਤਿਗੁਰੂ ਦੀ ਜੋ ਸੇਵਾ ਦਾ ਜਾਂ ਗੁਰੂ ਦੀ ਸੇਵਾ ਦਾ ਆਪਾਂ ਲੈ ਕੇ ਚੱਲਾਂਗੇ। ਉਸ ਤੋਂ ਬਾਅਦ ਫਿਰ ਸਾਨੂੰ ਜਦੋਂ ਪਰਮਾਤਮਾ ਦੀ ਅਕਲ ਸੇਵਾ ਕਰਾਂਗੇ, ਚੌਥੇ ਪਦ ਵਿੱਚ ਬੈਠਾਂਗੇ, ਉੱਥੇ ਅਕਲ ਕਲਾ ਦਾ ਇਸਤੇਮਾਲ ਕਰਾਂਗੇ। ਉੱਥੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਦੱਸ ਰਹੇ ਨੇ ਵੀ ਸਾਡਾ ਜੋ ਮਨ ਹੈ ਉਹ ਸੱਚ ਵਿੱਚ ਸਮਾ ਜਾਏਗਾ। ਉਸ ਕਲਾ ਦਾ ਇਸਤੇਮਾਲ ਕਰਕੇ ਉਸ ਨੂੰ ਮਹਾਰਾਜ ਗੁਰਬਾਣੀ ਵਿੱਚ ਦੱਸ ਰਹੇ ਨੇ, ਨਿਰੰਕਾਰ ਮੇਂ ਆਕਾਰ ਸਮਾਵੇ, ਅਕਲ ਕਲਾ ਸੱਚ ਸਾਚ ਟਿਕਾਵੇ, ਸੋ ਨਰ ਗਰਭ ਜੋ ਨਹੀਂ ਆਵੇ। ਫਿਰ ਜਿਹੜੇ ਗੁਰਮੁਖ ਨੇ ਉਹ ਸੱਚ ਤੇ ਧਿਆਨ ਟਿਕਾ ਕੇ ਸਮਾ ਜਾਂਦੇ ਨੇ। ਉਹਨਾਂ ਦਾ ਆਉਣਾ ਜਾਣਾ ਜੋ ਇਹ ਨਿਜ ਮਹਿਲ ਵਿੱਚੋਂ ਥਿਰ ਘਰ ਵਿੱਚ ਆਉਂਦੇ, ਇਹ ਤ੍ਰੈ ਗੁਣਾ ਵਿੱਚ ਆਉਂਦੇ ਸੀ, ਤ੍ਰੈ ਗੁਣਾ ਵਿੱਚੋਂ ਥਿਰ ਕਰ ਜਾਂਦੇ ਸੀ। ਹੁਣ ਇਸ ਤਰ੍ਹਾਂ ਉਹ ਕੀ ਕਰਦੇ ਨੇ, ਜਿਵੇਂ ਜਿਵੇਂ ਪਰਮਾਤਮਾ ਨੇ ਉਹਨਾਂ ਨੂੰ ਅਕਲ ਕਲਾ ਸਿਖਾਈ। ਜਿਸ ਤਰ੍ਹਾਂ ਇੱਧਰ ਤੁਸੀਂ ਦੇਖਦੇ ਹੋ ਕਿ ਇੱਧਰ ਅਸੀਂ ਪੜ੍ਹਦੇ ਹਾਂ, ਬੱਚਿਆਂ ਨੂੰ ਪੜ੍ਹਾਉਂਦੇ ਹਾਂ, ਬੱਚੇ ਇੱਧਰ ਅਕਲ ਦਾ ਇਸਤੇਮਾਲ ਕਰਦੇ ਨੇ। ਉਹ ਕੋਈ ਡਾਕਟਰ ਬਣਦਾ ਹੈ, ਕੋਈ ਸਾਇੰਟਿਸਟ ਬਣਦਾ ਹੈ, ਕੋਈ ਵਿਗਿਆਨ, ਇਸ ਤਰ੍ਹਾਂ ਕੁਝ ਹੋਰ ਬਣਦੇ ਨੇ, ਉੱਚੇ ਅਹੁਦਿਆਂ 'ਤੇ ਚਲੇ ਜਾਂਦੇ ਨੇ, ਉਹ ਇੱਧਰ ਇਸਤੇਮਾਲ ਕਰਦੇ ਨੇ। ਪਰ ਜਿਵੇਂ ਜਿਵੇਂ ਹੁਣ ਅਸੀਂ ਸੰਗਤ ਕਰਾਂਗੇ, ਕਿਉਂਕਿ ਸੰਗਤ ਵੀ ਪਰਮਾਤਮਾ ਦਾ ਇੱਕ ਸਕੂਲ ਹੈ, ਜਦੋਂ ਅਸੀਂ ਸੰਗਤ ਰੂਪੀ ਸਕੂਲ ਦੇ ਵਿੱਚ ਲਗਾਤਾਰ ਆਉਂਦੇ ਹਾਂ, ਪੜ੍ਹਦੇ ਹਾਂ, ਗੁਰੂ ਦੀ ਸੰਗਤ ਕਰਦੇ ਹਾਂ, ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲ ਕੇ ਨਿਜ ਘਰ ਵਿੱਚ ਆਉਣਾ ਜਾਣਾ ਬਣਾਉਂਦੇ ਹਾਂ, ਇਸ ਤਰ੍ਹਾਂ ਹੌਲੀ ਹੌਲੀ ਫਿਰ ਸਾਡਾ ਜੋ ਮਨ ਹੈ ਇਸ ਨੂੰ ਹੋਰ ਅਕਲ ਦੇ ਦਿੰਦੇ ਨੇ, ਹੋਰ ਅਗਲੀ ਸਟੇਜ 'ਤੇ ਲੈ ਜਾਂਦੇ ਨੇ। ਇੱਥੇ ਫਿਰ ਇਸ ਤਰੀਕੇ ਨਾਲ ਜਿਹੜੇ ਗੁਰਮੁਖ ਨੇ ਉਹ ਦਰਗਾਹ ਦੇ ਵਿੱਚ ਆਉਣਾ ਜਾਣਾ ਬਣਾਉਂਦੇ ਨੇ। ਉਸੇ ਹੀ ਅਕਲ ਦਾ ਇਸਤੇਮਾਲ ਕਰਕੇ ਜੋ ਗੁਰੂ ਨੇ ਸਿਖਾਈ, ਉਸ ਕਲਾ ਦਾ ਇਸਤੇਮਾਲ ਕਰਕੇ ਉਹ ਦਰਗਾਹ ਦੇ ਵਿੱਚ ਆਉਣਾ ਜਾਣਾ ਬਣਾ ਲੈਂਦੇ ਨੇ। ਤ੍ਰੈ ਗੁਣਾ ਵਿੱਚੋਂ ਨਿਕਲੇ, ਆਪਦੇ ਘਰ ਚਲੇ ਗਏ, ਉੱਥੋਂ ਘਰ ਤੋਂ ਉੱਠੇ ਦਰਗਾਹ ਦੇ ਵਿੱਚ ਚਲੇ ਗਏ। ਇਸ ਤਰ੍ਹਾਂ ਜਿਹੜੇ ਗੁਰਮੁਖ ਨੇ ਉਹਨਾਂ ਦੇ ਪਰਥਾਏ ਫਿਰ ਮਹਾਰਾਜ ਨੇ ਆਪਾਂ ਨੂੰ ਦੱਸਿਆ ਹੈ ਵੀ ਉਹ ਸਦਾ ਹੀ ਇਹ ਤ੍ਰੈ ਗੁਣਾ ਵਿੱਚ ਵੀ ਪ੍ਰਵਾਨ ਹੁੰਦੇ ਨੇ। ਅਤੇ ਜਦੋਂ ਉਹ ਐਸੇ ਕੋਈ ਛੱਡ ਕੇ ਜਾਣਗੇ ਸਰੀਰ, ਉਹਨਾਂ ਨੂੰ ਦਰਗਾਹ ਵਿੱਚ ਜਾਂਦਿਆਂ ਹੀ ਕੋਈ ਨਹੀਂ ਰੇ ਕੋਈ ਪੁੱਛੇਗਾ ਨਹੀਂ, ਸਾਰੇ ਹੀ ਬਿਠਾਉਣਗੇ ਅਤੇ ਉੱਥੇ ਉਹਨਾਂ ਦਾ ਇੱਜ਼ਤ ਮਾਣ ਕੀਤਾ ਜਾਏਗਾ। ਸੋ ਇਹ ਅਵਸਥਾ ਵਿੱਚ ਅਸੀਂ ਅਕਲ ਕਲਾ ਨੂੰ ਸਿੱਖਦਿਆਂ ਹੋਇਆਂ ਆਪ ਦੇ ਮਨ ਨੂੰ ਵਿਚਾਰਾਂ ਵਿੱਚੋਂ ਕੱਢਣਾ ਹੈ, ਧੜਿਆਂ ਤੋਂ ਵੱਖ ਹੋ ਕੇ ਅਤੇ ਦੂਸਰੇ ਦਾ ਧਿਆਨ ਘੱਟਦਾ ਕਰਕੇ ਆਪਦੀ ਸੋਚ, ਆਪਦੀ ਵਿਚਾਰ ਨੂੰ ਅਸੀਂ ਅੱਗੇ ਰੱਖਣਾ ਹੈ, ਗੁਰੂ ਦੀ ਮੱਤ ਨੂੰ ਧਾਰਨ ਕਰਨਾ ਹੈ। ਇਸ ਸੰਸਾਰ ਦੇ ਵਿੱਚ ਉਦੋਂ ਹੀ ਅਸੀਂ ਸਫਲ ਹੋ ਸਕਾਂਗੇ ਜੇ ਸਾਡਾ ਮਨ ਗੁਰੂ ਦੀ ਮੱਤ ਮੁਤਾਬਕ ਚੱਲਦਾ ਹੈ, ਨਹੀਂ ਤਾਂ ਕਾਲ ਸਾਨੂੰ ਇੱਥੇ ਆਪ ਦੇ ਅਧੀਨ ਕਰ ਲਏਗਾ ਅਤੇ ਫਿਰ ਆਪ ਦੇ ਅਧੀਨ ਕਰਾ ਕੇ ਐਸੇ ਸਾਡੇ ਕਰਮ ਹੋਣਗੇ ਵੀ ਉਹ ਕਰਮ ਸਾਨੂੰ ਦੂਰ ਕਰਦੇ ਜਾਣਗੇ, ਜਿਸ ਨੂੰ ਮਹਾਰਾਜ ਕਹਿੰਦੇ ਨੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਸੋ ਇਸ ਕਰਕੇ ਹੁਕਮ ਵਿੱਚ ਚੱਲਦਿਆਂ ਹੋਇਆਂ ਗੁਰੂ ਦੀ ਜੋ ਬਾਣੀ ਹੈ ਇਸ ਦੀ ਵਿਚਾਰ ਨੂੰ ਸਮਝੀਏ, ਗੁਰੂ ਦੇ ਸ਼ਬਦ ਦੇ ਨਾਲ ਅਭਿਆਸ ਕਰਦਿਆਂ ਹੋਇਆਂ ਆਪਦੇ ਆਪ ਨੂੰ ਸਵਾਰੀਏ। ਇਹ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਅੱਜ ਦੀ ਇਸ ਵਿਚਾਰ ਦੇ ਵਿੱਚ ਸਮਝਾ ਰਹੇ ਨੇ, ਅਕਲ ਦਾ ਇਸਤੇਮਾਲ ਕਰਨਾ ਸਿੱਖੀਏ। ਜਿਵੇਂ ਜਿਵੇਂ ਅਕਲ ਦਾ ਇਸਤੇਮਾਲ ਸਿੱਖਦੇ ਚੱਲਾਂਗੇ, ਲੋਕ ਵਿੱਚ ਤਾਂ ਸੁੱਖ ਆਏਗਾ ਹੀ ਆਏਗਾ, ਪਰ ਲੋਕ ਦੇ ਵਿੱਚ ਵੀ, ਦਰਗਾਹ ਦੇ ਵਿੱਚ ਵੀ ਮਨ ਨੂੰ ਥਾਂ ਮਿਲੇਗੀ। ਸੋ ਅੱਜ ਦੀ ਇਸ ਅਕਲ ਕਲਾ ਦਾ ਵਿਸ਼ਾ, ਇਸ ਨੂੰ ਆਪਾਂ ਵਿਚਾਰਦਿਆਂ ਹੋਇਆਂ ਅਤੇ ਸ਼ਬਦ ਜੇ ਕੋਈ ਵੱਧ ਘੱਟ ਗੁਰੂ ਦੀ ਬਾਣੀ ਦਾ ਬੋਲਿਆ ਗਿਆ ਹੈ, ਸੰਗਤ ਅਤੇ ਗੁਰੂ ਬਖਸ਼ਣਯੋਗ ਹੈ, ਬਖਸ਼ ਦੇਣਾ ਜੀ। ਅੱਜ ਦਾ ਸਬਜੈਕਟ ਦੀ ਆਪਾਂ ਸਮਾਪਤੀ ਕਰਦੇ ਹਾਂ। ਹੁਣ ਸਾਰੇ ਹੀ ਗੁਰਮੁਖਾਂ ਨੇ ਆਪਣੇ ਆਪਣੇ ਮਨਾਂ ਨੂੰ ਸੰਕੋਚਦਿਆਂ ਹੋਇਆਂ ਭਵ ਸਾਗਰ ਵਿੱਚੋਂ ਨਾਲ ਨਾਲ ਆਜ਼ਾਦ ਕਰਾਉਣਾ ਹੈ। ਸਿਮਰਨ ਕਰਦਿਆਂ ਹੋਇਆਂ ਜਿਨ੍ਹਾਂ ਗੁਰਮੁਖਾਂ ਨੂੰ ਸ਼ਬਦ ਦੀ ਧੁਨ ਦਾ ਭੇਤ ਹੈ, ਉਹ ਗੁਰਮੁਖ ਸ਼ਬਦ ਦੀ ਧੁਨ ਦੇ ਨਾਲ ਭਵ ਸਾਗਰ ਨੂੰ ਪਾਰ ਕਰਦਿਆਂ ਹੋਇਆਂ ਆਪਦੇ ਘਰ ਵਾਪਸ ਜਾਣ, ਅਤੇ ਜਿਨ੍ਹਾਂ ਦੇ ਅੰਦਰ ਫੁਰਨੇ ਚੱਲਦੇ ਨੇ ਉਹ ਗੁਰੂ ਦੇ ਸ਼ਬਦ ਦੁਆਰਾ
ਇਸ ਮਾਇਆ ਦੇ ਘਰ ਨੂੰ ਛੱਡ ਕੇ ਤੇ ਸੁਣਨ ਵਿੱਚ ਪ੍ਰਵੇਸ਼ ਹੋਣ। ਅੱਜ ਦੇ ਸਬਜੈਕਟ ਦੀ, ਅੱਜ ਦੇ ਗੁਰੂ ਦੀ ਵਿਚਾਰ ਦੀ ਸਮਾਪਤੀ ਹੈ। ਵਿਚਾਰ ਕਰਦਿਆਂ ਹੋਇਆ ਕੋਈ ਸ਼ਬਦ ਐਸਾ ਬੋਲਿਆ ਗਿਆ ਹੋਵੇ, ਸੰਗਤ ਅਤੇ ਗੁਰੂ ਬਖਸ਼ਣਯੋਗ ਹੈ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।